हेलो एवरीवन वेलकम बैक टू माई चैनल BA ਸਮੈਸਟਰ 2 इंग्लिश कंपलसरी ਦੀ ਵੀਡੀਓ ਸੀਰੀਜ਼ ਲੈ ਕੇ ਮੈਂ ਹਾਜ਼ਰ ਹਾਂ। ਪੋਇਮ ਹੈ ਤੁਹਾਡੀ 6 ਨੰਬਰ ਪੋਇਮ ਦ ਚਾਰਜ ਆਫ ਦ ਲਾਈਟ ਬ੍ਰਿਗੇਡ ਰਿਟਨ ਬਾਈ ਐਲਫਰੈਡ ਟੈਨੀਸਨ। 5 ਪੋਇਮਸ ਆਲਰੇਡੀ ਆਪਾਂ ਕਵਰ ਕਰ ਚੁੱਕੇ ਹਾਂ। ਜਿਨ੍ਹਾਂ ਨੇ ਚੈੱਕਆਊਟ ਨਹੀਂ ਕੀਤੀ ਚੈੱਕਆਊਟ ਜ਼ਰੂਰ ਕਰ ਲਿਓ। ਇਸ ਤੋਂ ਬਾਅਦ 'ਚ ਆਪਣੀਆਂ 4 ਪੋਇਮਸ ਰਹਿ ਜਾਣੀਆਂ ਨੇ। ਹੋਰ ਵੀ ਸਬਜੈਕਟਸ ਦੀ ਤਿਆਰੀ ਮੈਂ ਆਪਣੇ ਚੈਨਲ ਦੇ ਉੱਤੇ ਕਰਵਾ ਰਹੀ ਹਾਂ। ਸੋ BA ਦੇ ਵਿਦਿਆਰਥੀਆਂ ਦੇ ਨਾਲ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਨਾਲ ਹੀ ਟੈਲੀਗ੍ਰਾਮ ਚੈਨਲ ਨੂੰ ਵੀ ਫੋਲੋ ਕਰ ਲਿਓ। ਉੱਥੇ ਵੀ ਕਾਫੀ ਸਾਰੀ ਨੋਟਸ PDFs ਅਪਡੇਟਸ ਲਿੰਕਸ ਮੈਂ ਪਾਉਂਦੀ ਰਹਿੰਦੀ ਹਾਂ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਦ ਚਾਰਜ ਆਫ ਦ ਲਾਈਟ ਬ੍ਰਿਗੇਡ। ਸੋ ਇਸ ਪੋਇਮ ਦੇ ਵਿੱਚ ਐਲਫਰੈਡ ਟੈਨੀਸਨ ਜਿਹੜੇ ਕਿ ਪੋਇਟ ਹੋਏ ਨੇ ਉਹ ਸਾਨੂੰ ਦੱਸ ਰਹੇ ਨੇ ਕਿ ਇੱਕ ਫੇਮਸ ਅਟੈਕ, ਇੱਕ ਫੇਮਸ ਹਮਲੇ ਦੀ ਗੱਲ ਕੀਤੀ ਗਈ ਹੈ ਜਿਹਦੇ ਵਿੱਚ 600 ਕੈਵਲੀਅਰਸ ਯਾਨੀ ਕਿ ਸੋਲਜਰਸ ਸੀਗੇ, 600 ਸਿਪਾਹੀ ਸੀਗੇ ਬ੍ਰਿਟਿਸ਼ ਦੇ, ਅਤੇ ਜਿਨ੍ਹਾਂ ਦੀ ਟੁਕੜੀ ਦਾ ਕੀ ਨਾਮ ਸੀ ਲਾਈਟ ਬ੍ਰਿਗੇਡ। ਅਤੇ ਉਹ ਕੀ ਹੈਗੇ ਰਸ਼ੀਅਨ ਸੋਲਜਰ ਜਿਹੜੇ ਰੂਸ ਦੇ ਸਿਪਾਹੀ ਸੀ ਉਹਨਾਂ 'ਤੇ ਹਮਲਾ ਕਰ ਰਹੇ ਸੀ। ਰੂਸ ਦੇ ਸਿਪਾਹੀਆਂ ਕੋਲ ਬਹੁਤ ਹਥਿਆਰ ਸੀਗੇ, ਉਹਨਾਂ ਦੇ ਕੋਲ ਤੋਪਾਂ ਸੀਗੀਆਂ ਅਤੇ ਛਰਿਆਂ ਵਾਲੀਆਂ ਉਹਨਾਂ ਕੋਲ ਜਿਹੜੀਆਂ ਬੰਦੂਕਾਂ ਆਪਾਂ ਕਹਿ ਸਕਦੇ ਹਾਂ ਉਹ ਸੀਗੀਆਂ। ਲੇਕਿਨ ਬ੍ਰਿਟਿਸ਼ ਦੇ ਜਿਹੜੇ ਸੀਗੇ ਇਹ ਆਪਣੀਆਂ ਲਿਸ਼ਕਦੀਆਂ ਕਟਾਰਾਂ ਤਲਵਾਰਾਂ ਦੇ ਨਾਲ ਹੀ ਹਮਲਾ ਕਰ ਰਹੇ ਸੀ। ਸੋ ਜਦ ਕਿ ਇਹਨਾਂ ਨੂੰ ਪਤਾ ਸੀਗਾ ਕਿ ਅਸੀਂ ਮੌਤ ਦੀ ਖਾਈ 'ਚ ਜਾ ਰਹੇ ਕਿਉਂਕਿ ਤੋਪਾਂ ਹਰ ਪਾਸੇ ਤੋਂ ਆ ਰਹੀਆਂ ਸੀ, ਲੇਕਿਨ ਫਿਰ ਵੀ ਬ੍ਰਿਟਿਸ਼ ਦੇ ਜਿਹੜੇ ਸਿਪਾਹੀ ਸੀਗੇ ਉਹ ਬਹੁਤ ਹੀ ਤੇਜ਼ੀ ਨਾਲ ਬਹਾਦਰੀ ਨਾਲ ਫੁਰਤੀ ਦੇ ਨਾਲ ਅੱਗੇ ਵਧ ਰਹੇ ਸੀ। ਸੋ ਇਹ ਜਿਹੜੀ ਵਾਰ ਸੀਗੀ ਕ੍ਰੀਮੀਅਨ ਵਾਰ ਦੇ ਨਾਲ ਪ੍ਰਸਿੱਧ ਹੈਗੀ ਹੈ, ਨਾਂ ਦੇ ਨਾਲ ਕ੍ਰੀਮੀਅਨ ਵਾਰ ਇਹਨੂੰ ਕਿਹਾ ਜਾਂਦਾ ਹੈ, ਅਤੇ 1856 ਦੇ ਵਿੱਚ ਇਹ ਹੋਈ ਸੀ। ਸੋ ਆਪਾਂ 1 ਬਾਈ 1 ਸਟੈਂਜ਼ਾ ਨੂੰ ਪੜ੍ਹਾਂਗੇ, ਇਸ ਦੇ ਨਾਲ ਹੀ ਆਪਾਂ ਨੂੰ ਐਕਸਪਲੇਨੇਸ਼ਨ ਪੋਇਮ ਦੀ ਸਮਝ ਆ ਜਾਊਗੀ ਅਤੇ ਨਾਲ ਇਸ ਤੋਂ ਬਾਅਦ 'ਚ ਆਪਾਂ ਸਮਰੀ ਜਾਂ ਫਿਰ ਮੇਨ ਆਈਡੀਆ ਵੀ ਕਵਰ ਕਰਾਂਗੇ। ਸੋ ਹਾਫ ਆ ਲੀਗ, ਹਾਫ ਆ ਲੀਗ, ਹਾਫ ਆ ਲੀਗ ਦਾ ਮਤਲਬ ਕੀ ਹੈਗਾ ਕਿ ਦੇਖੋ ਹਾਫ ਲੀਗ ਦਾ ਮਤਲਬ ਹੈ 1.5 ਮੀਲ, ਠੀਕ ਹੈ। ਆ ਲੀਗ ਦਾ ਮਤਲਬ ਹੈ 3 ਮਾਈਲਸ, 3 ਮੀਲ, ਠੀਕ ਹੈ। ਇੱਕ ਲੀਗ ਦਾ ਮਤਲਬ ਹੈ 3 ਮੀਲ ਅਤੇ ਹਾਫ ਆ ਲੀਗ ਦੀ ਗੱਲ ਕੀਤੀ ਹੈ ਇਸ ਦਾ ਮਤਲਬ 1.5 ਮੀਲ, ਕਿ 1.5 ਮੀਲ ਹੀ ਦੂਰ ਹੈ, ਠੀਕ ਹੈ। ਹਾਫ ਆ ਲੀਗ ਔਨਵਰਡ ਆਲ ਇਨ ਦਾ ਵੈਲੀ ਆਫ ਡੈਥ ਰੋਡ ਦਾ 600। ਸੋ ਰੋਡ ਦਾ ਮਤਲਬ ਕਿ ਘੋੜੇ ਦੇ ਉੱਤੇ ਸਵਾਰ ਸੀਗੇ 600 ਜਿਹੜੀ ਇਹ ਟੁਕੜੀ ਹੈਗੀ ਹੈ। ਫੋਰਵਰਡ ਦਾ ਲਾਈਟ ਬ੍ਰਿਗੇਡ ਕੇ ਲਾਈਟ ਬ੍ਰਿਗੇਡ ਅੱਗੇ ਵਧੋ, ਹਾਫ ਆ ਲੀਗ ਕੇ ਕੁਝ ਕੁ ਹੀ ਮੀਲ ਦੀ ਦੂਰੀ, 1.5-2 ਕਿਲੋਮੀਟਰ ਦੀ ਹੀ ਦੂਰੀ ਰਹਿ ਗਈ ਹੈ ਕਿ ਮੌਤ ਦੀ ਖਾਈ 'ਚ ਜਿਹੜੇ ਹੈਗੇ ਨੇ ਸਾਰੇ ਦੇ ਸਾਰੇ ਜਾ ਰਹੇ ਨੇ 600 ਦੇ 600 ਸਵਾਰ ਹੋ ਕੇ। ਫੋਰਵਰਡ ਦਾ ਲਾਈਟ ਬ੍ਰਿਗੇਡ ਤਾਂ ਉਹਨਾਂ ਦਾ ਜਿਹੜਾ ਕਮਾਂਡਰ ਹੈਗਾ, ਜਿਹੜਾ ਉਹਨਾਂ ਦਾ ਹੈੱਡ ਹੈਗਾ, ਉਹਨਾਂ ਨੂੰ ਕਹਿ ਰਿਹਾ ਹੈਗਾ ਕਿ 600 ਜਵਾਨੋ ਤੁਸੀਂ ਅੱਗੇ ਵਧੋ। ਲਾਈਟ ਬ੍ਰਿਗੇਡ ਸੀ ਨਾ ਇਹਨਾਂ ਦੀ ਟੁਕੜੀ ਦਾ ਨਾਮ। ਸੋ ਚਾਰਜ ਫॉर ਦ ਗਨਸ ਲਈ ਚਾਰਜ ਲਈ ਅੱਗੇ ਵਧੋ। ਇਨਟੂ ਦ ਵੈਲੀ ਆਫ ਡੈਥ ਮੌਤ ਦੇ ਮੂੰਹ ਦੇ ਵਿੱਚ ਅੱਗੇ ਵਧੋ। ਰੋਡ ਦਾ 600, ਠੀਕ ਹੈ ਜੀ। ਸੋ ਕੰਟੈਕਸਟ ਦੀ ਗੱਲ ਕਰੀਏ, ਥੀਸ ਲਾਈਨਸ ਹੈਵ ਬੀਨ ਟੇਕਨ ਫਰੋਮ ਦ ਪੋਇਮ ਦ ਚਾਰਜ ਆਫ ਦ ਲਾਈਟ ਬ੍ਰਿਗੇਡ ਰਿਟਨ ਬਾਈ ਦ ਐਲਫਰੈਡ ਟੈਨੀਸਨ। ਸੋ ਐਲਫਰੈਡ ਟੈਨੀਸਨ ਦੀ ਲਿਖੀ ਹੋਈ ਪੋਇਮ ਦ ਚਾਰਜ ਆਫ ਦ ਲਾਈਟ ਬ੍ਰਿਗੇਡ ਦੇ ਵਿੱਚੋਂ ਇਹ ਲਾਈਨਾਂ ਲਈਆਂ ਗਈਆਂ ਨੇ। ਪੋਇਮ ਜਿਹੜੀ ਹੈਗੀ ਹੈ ਸਾਨੂੰ ਇਹਦੇ ਵਿੱਚ ਪੋਇਟ ਟੈਲਸ ਅਸ ਅਬਾਊਟ ਦ ਫੇਮਸ ਅਟੈਕ ਮੇਡ ਬਾਈ 600 ਕੈਵਲਰੀਜ਼ ਆਫ ਦ ਬ੍ਰਿਟਿਸ਼ ਲਾਈਟ ਬ੍ਰਿਗੇਡ। ਸੋ ਟੁਕੜੀ ਦਾ ਕੀ ਨਾਮ ਸੀਗਾ ਲਾਈਟ ਬ੍ਰਿਗੇਡ। 600 ਸੋਲਜਰਸ ਦੀ ਜਿਹੜੀ ਹੈਗੀ ਹੈ ਇਹ ਟੁਕੜੀ ਸੀ, ਫੇਮਸ ਟੁਕੜੀ ਸੀ। ਇਹ ਫੇਮਸ ਅਟੈਕ ਦੀ ਗੱਲ ਕੀਤੀ ਗਈ ਹੈ ਔਨ ਦ ਰਸ਼ੀਅਨ ਸੋਲਜਰਸ ਇਨ ਦ ਕ੍ਰੀਮੀਅਨ ਵਾਰ ਇਨ 1856। 1856 ਦੇ ਵਿੱਚ ਕ੍ਰੀਮੀਅਨ ਵਾਰ ਹੋਈ ਸੀ ਜਿਹੜੀ ਬ੍ਰਿਟਿਸ਼ ਅਤੇ ਰਸ਼ੀਅਨ ਦੇ ਵਿਚਕਾਰ, ਉਸ ਦੀ ਗੱਲ ਕੀਤੀ ਗਈ ਹੈ ਜਿਸ ਦੇ ਵਿੱਚ ਬ੍ਰਿਟਿਸ਼ ਜਿਹੜੇ ਸੀ 600 ਸੀ, ਉਹਨਾਂ ਦੀ ਟੁਕੜੀ ਦਾ ਨਾਮ ਸੀ ਲਾਈਟ ਬ੍ਰਿਗੇਡ। ਲਾਈਟ ਬ੍ਰਿਗੇਡ ਆਪਾਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਜਿਨ੍ਹਾਂ ਕੋਲ ਜਿਹੜੇ ਹੈ ਬਹੁਤ ਹੀ ਘੱਟ ਹਥਿਆਰ ਹੈ, ਸੋ ਉਹਨਾਂ ਨੂੰ ਵੀ ਲਾਈਟ ਬ੍ਰਿਗੇਡ ਕਿਹਾ ਜਾਂਦਾ ਸੀ। ਸੋ ਰਸ਼ੀਅਨ ਸੋਲਜਰਸ ਦੇ ਖਿਲਾਫ ਜਿਹੜੇ ਸੀ ਅੱਗੇ ਵਧ ਰਹੇ ਸੀ। ਦੋ ਬ੍ਰਿਟਿਸ਼ ਸੋਲਜਰਸ ਵਰ ਅਵੇਅਰ ਦੈਟ ਦ ਆਰਡਰ ਵਾਜ਼ ਫੈਟਲ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਜਿਹੜਾ ਆਰਡਰ ਹੈ ਇਹ ਗਲਤ ਹੈ, ਫੈਟਲ ਹੈ। ਐਂਡ ਇਟ ਵਾਜ਼ ਬਾਈ ਮਿਸਟੇਕ, ਅਤੇ ਗਲਤੀ ਵੀ ਸੀ ਇਹ ਬਹੁਤ ਵੱਡੀ ਕਿ ਉਹਨਾਂ ਨੂੰ ਅਟੈਕ ਲਈ ਕਿਹਾ ਜਾ ਰਿਹਾ ਸੀ ਕਿਉਂਕਿ ਉਹ ਜਿਹੜੇ ਸੀ ਘੱਟ ਹਥਿਆਰਾਂ ਨਾਲ ਸੀ ਅਤੇ ਉਹਨਾਂ ਦੀ ਜਿਹੜੀ ਗਿਣਤੀ ਸੀ ਉਹ ਵੀ ਘੱਟ ਸੀ। ਲੇਕਿਨ ਫਿਰ ਵੀ ਜਿਹੜਾ ਹੈ ਸਟਿਲ ਦੇ ਫਾਊਟ ਬਰੇਵਲੀ ਫੇਸਿੰਗ ਦ ਕੈਨਨਸ ਫਰੋਮ 3 ਸਾਈਡ, ਲੇਕਿਨ ਫਿਰ ਵੀ ਤਿੰਨੋਂ ਸਾਈਡਸ ਕੈਨਨਸ ਹੁੰਦੀਆਂ ਨੇ ਤੋਪਾਂ, ਤਾਂ ਤੋਪਾਂ ਦਾ ਮੁਕਾਬਲਾ ਕਰਦੇ ਕਰਦੇ ਉਹ ਬਹੁਤ ਹੀ ਬਹਾਦਰੀ ਦੇ ਨਾਲ ਲੜੇ। ਸੋ ਐਕਸਪਲੇਨੇਸ਼ਨ ਦੀ ਗੱਲ ਕਰਾਂਗੇ। ਇਨ ਦੀਸ ਲਾਈਨ ਦ ਪੋਇਟ ਟੈਲਸ ਅਸ ਅਬਾਊਟ ਦ ਐਕਟ ਆਫ ਬਰੇਵਰੀ ਡਨ ਬਾਈ ਦ ਬ੍ਰਿਟਿਸ਼ ਸੋਲਜਰ। ਸੋ ਬ੍ਰਿਟਿਸ਼ ਸੋਲਜਰਸ ਦੀ ਬਹਾਦਰੀ ਦਾ ਕਾਰਨਾਮਾ ਦਾ ਜ਼ਿਕਰ ਇੱਥੇ ਪੋਇਟ ਨੇ ਕੀਤਾ। ਦ 600 ਕੈਵਲਰੀ ਮੈਨ ਸੋਲਜਰਸ ਇਹਨਾਂ ਨੂੰ ਕਿਹਾ ਜਾਂਦਾ ਵਰ ਚਾਰਜ ਇਨਟੂ ਵੈਲੀ ਆਫ ਡੈਥ, ਅਤੇ 600 ਦੇ ਕਰੀਬ ਜਿਹੜੇ ਸੀਗੇ ਸੋਲਜਰਸ ਉਹਨਾਂ ਨੂੰ ਚਾਰਜ ਦਿੱਤਾ ਗਿਆ ਸੀ ਵੈਲੀ ਆਫ ਡੈਥ ਦਾ। ਦੇ ਚਾਰਜ ਟੂ ਕੈਪਚਰ ਦ ਗਨਸ ਐਂਡ ਦ ਕੈਨਨਸ, ਸੋ ਉਹਨਾਂ ਨੂੰ ਚਾਰਜ ਦਿੱਤਾ ਗਿਆ ਸੀ ਕਿ ਕੈਪਚਰ ਕਰ ਲਓ ਗਨਸ ਅਤੇ ਕੈਨਨਸ ਨੂੰ। ਦੇਅਰ ਕਮਾਂਡਰ ਆਰਡਰਡ ਦੈਮ ਟੂ ਗੋ ਫਾਰਵਰਡ, ਉਹਨਾਂ ਦੇ ਕਮਾਂਡਰ ਨੇ ਕਿਹਾ ਕਿ ਅੱਗੇ ਵਧੋ। ਦ ਪੋਇਟ ਯੂਜ਼ਸ ਦ ਫਰੇਜ਼ ਵੈਲੀ ਆਫ ਡੈਥ ਟੂ ਸ਼ੋ ਦੈਟ
ਦੇ ਵਰ ਸੂਨ ਗੋਇੰਗ ਟੂ ਬੀ ਕਿਲਡ। ਸੋ ਇੱਥੇ ਜਿਹੜਾ ਫਰੇਜ਼ ਯੂਜ਼ ਕੀਤਾ ਪੋਇਟ ਨੇ, ਤੋ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਲਦੀ ਹੀ ਉਹ ਮਾਰੇ ਜਾਣ ਵਾਲੇ ਨੇ। ਸੋ ਸੈਕਿੰਡ ਜਿਹੜਾ ਹੈ ਆਪਣਾ ਸਟੈਂਜ਼ਾ, ਫਾਰਵਰਡ ਦਾ ਲਾਈਟ ਬ੍ਰਿਗੇਡ, ਅੱਗੇ ਵਧੋ ਲਾਈਟ ਬ੍ਰਿਗੇਡ, ਵਾਜ਼ ਦੇਅਰ ਆਰ ਮੈਨ ਡਿਸਮੇਡ। ਡਿਸਮੇਡ ਦਾ ਮਤਲਬ ਕੀ ਹੁੰਦਾ ਹੈ ਕਿ ਕੋਈ ਆਦਮੀ ਜਿਹੜਾ ਹੈ ਉਹ ਡਿਸਕਰੇਜ ਤਾਂ ਨਹੀਂ ਹੈਗਾ, ਕਿਸੇ ਨੇ ਹਿੰਮਤ ਤਾਂ ਨਹੀਂ ਹਾਰੀ। ਨਾਟ ਦੋ ਦ ਸੋਲਜਰਸ ਨਿਊ, ਸੋਲਜਰਸ ਨੂੰ ਇਹ ਪਤਾ ਸੀ ਲੇਕਿਨ ਫਿਰ ਵੀ ਉਹਨਾਂ ਨੇ ਕਿਹਾ ਨਹੀਂ। ਸਮਵਨ ਹੈਡ ਬਲੰਡਰਡ, ਉਹਨਾਂ ਨੂੰ ਪਤਾ ਸੀ ਕਿ ਇਹ ਬਹੁਤ ਹੀ ਭਾਰੀ ਜਿਹੜੀ ਹੈ ਬਲੰਡਰਡ ਮਤਲਬ ਬਹੁਤ ਹੀ ਜ਼ਿਆਦਾ ਕੋਈ ਵਿਚਕਾਰ ਗਲਤੀ ਹੋਈ ਹੈਗੀ ਹੈ, ਕੋਈ ਬਹੁਤ ਹੀ ਖਰਾਬ ਕੰਮ ਹੋਇਆ, ਬਹੁਤ ਹੀ ਮਿਸਟੇਕ ਹੋਈ ਹੈ। ਦੇਅਰ ਇਜ਼ ਨੋਟ ਟੂ ਮੇਕ ਰਿਪਲਾਈ, ਕਿਸੇ ਨੇ ਵੀ ਰਿਪਲਾਈ ਨਹੀਂ ਕੀਤਾ ਕਿ ਉਹ ਡਰੇ ਨਹੀਂ ਜਾਂ ਉਹਨਾਂ ਨੇ ਹਿੰਮਤ ਹਾਰ ਲਈ। ਦੇਅਰ ਨੋਟ ਟੂ ਰੀਜ਼ਨ ਵਾਈ, ਅਤੇ ਉਹਨਾਂ ਨੇ ਕਾਰਨ ਵੀ ਨਹੀਂ ਪੁੱਛਿਆ ਵੀ ਕਿਉਂ ਅਸੀਂ ਹਮਲਾ ਕਰ ਰਹੇ ਹੈਗੇ ਹਾਂ, ਕਿਉਂ ਸਾਨੂੰ ਅੱਗੇ ਮੌਤ ਦੇ ਮੂੰਹ 'ਚ ਧੱਕਿਆ ਜਾ ਰਿਹਾ ਹੈ। ਦੇਅਰਸ ਬਟ ਟੂ ਡੂ ਐਂਡ ਡਾਈ, ਲੇਕਿਨ ਉਹਨਾਂ ਨੇ ਕੀ ਕਿਹਾ ਕਿ ਸੋਲਜਰਸ ਦਾ ਕੰਮ ਕੀ ਹੁੰਦਾ, ਕਰਨਾ ਜਾਂ ਮਰਨਾ, ਡੂ ਔਰ ਡਾਈ। ਸੋ ਇਨਟੂ ਦਾ ਵੈਲਿਊ ਆਫ ਡੈਥ ਰੋਡ ਦਾ 600, ਜਿਹੜੇ 600 ਸੀਗੇ ਉਹ ਕਿ ਮੌਤ ਦੀ ਘਾਟੀ ਵੱਲ ਵੱਧਦੇ ਜਾ ਰਹੇ ਸੀ। ਸੋ ਕੰਟੈਕਸਟ ਆਪਾਂ ਸੇਮ ਲਿਖਣਾ ਜਿਹੜਾ ਆਪਾਂ ਪਹਿਲਾ ਸਟੈਂਜਸ ਕੀਤਾ ਹੈ। ਐਕਸਪਲੇਨੇਸ਼ਨ ਦੇ ਵਿੱਚ ਮੈਂ ਹੁਣ ਤੁਹਾਨੂੰ ਸਮਝਾ ਕੇ ਹਟੀ ਹਾਂ। ਇਨ ਥੀਸ ਲਾਈਨਸ ਦ ਪੋਇਟ ਟੈਲਸ ਦੈਟ ਦ ਕਮਾਂਡਰ ਆਰਡਰਡ them ਟੂ ਮੂਵ ਫਾਰਵਰਡ। ਕਮਾਂਡਰ ਕੀ ਕਹਿ ਰਿਹਾ ਕਿ ਅੱਗੇ ਵਧੋ। ਹੀ ਆਸਕਡ ਦੈਟ ਵਾਜ਼ ਐਨੀ ਸੋਲਜਰ ਡਿਸਕਰੇਜਡ ਐਂਡ ਅਫਰੇਡ, ਉਹਨੇ ਇਹ ਵੀ ਪੁੱਛਿਆ ਕਿ ਕੋਈ ਜਿਹੜਾ ਨੌਜਵਾਨ ਹੈਗਾ, ਕੋਈ ਜਵਾਨ ਯਾਨੀ ਕਿ ਸੋਲਜਰ ਹੈਗਾ, ਉਹ ਹਿੰਮਤ ਤਾਂ ਨਹੀਂ ਹਾਰਿਆ, ਕੋਈ ਡਰਿਆ ਤਾਂ ਨਹੀਂ ਹੈਗਾ। ਨੋ ਈਵਨ ਦੋ ਦੇ ਆਲ ਨਿਊ ਦੈਟ ਦ ਚਾਰਜ ਵਾਜ਼ ਅ ਮਿਸਟੇਕ, ਜਦ ਕਿ ਉਹਨਾਂ ਨੇ ਨੋ ਜਵਾਬ ਦਿੱਤਾ ਲੇਕਿਨ ਉਹਨਾਂ ਨੂੰ ਪਤਾ ਸੀਗਾ ਕਿ ਇਹ ਜਿਹੜੀ ਹੈਗੀ ਹੈ ਚਾਰਜ ਇੱਕ ਮਿਸਟੇਕ ਹੈਗੀ ਹੈ, ਬਹੁਤ ਵੱਡੀ ਗਲਤੀ ਕੀਤੀ ਜਾ ਰਹੀ ਹੈ। ਇਟ ਵਾਜ਼ ਨਾਟ ਅਪ ਟੂ them ਟੂ ਡਿਸਪਿਊਟ ਔਨ ਕੁਐਸਚਨ ਟੂ ਆਸਕ ਵਾਈ ਦੇ ਵਰ ਗਿਵਨ ਦਿਸ ਆਰਡਰ, ਲੇਕਿਨ ਉਹ ਕੋਈ ਵੀ ਲੜਾਈ ਨਹੀਂ ਸੀ ਪਾ ਸਕਦੇ, ਕੋਈ ਵੀ ਕੁਐਸਚਨ ਨਹੀਂ ਸੀ ਰੇਜ਼ ਕਰ ਸਕਦੇ, ਕੁਝ ਵੀ ਨਹੀਂ ਸੀ ਪੁੱਛ ਸਕਦੇ ਕਿ ਉਹਨਾਂ ਨੂੰ ਇਹ ਆਰਡਰ ਕਿਉਂ ਦਿੱਤਾ ਗਿਆ। ਸੋ ਕਿਉਂਕਿ ਸੋਲਜਰ ਦਾ ਕੰਮ ਕੀ ਹੁੰਦਾ ਹੈਗਾ, ਅੱਗੇ ਵਧਣਾ। ਤੋ ਕੁਐਸਚਨਿੰਗ ਇੱਥੇ ਅਲਾਉਡ ਨਹੀਂ ਹੈਗਾ, ਕੁਐਸਚਨ ਆਪਾਂ ਨਹੀਂ ਕਰ ਸਕਦੇ ਹੈਗੇ ਜਦੋਂ ਕੋਈ ਵੀ ਸਿਪਾਹੀ ਹੁੰਦਾ ਹੈ। ਦੇਅਰ ਜੌਬ ਵਾਜ਼ ਟੂ ਓਨਲੀ ਐਕਟ ਅਪੋਨ ਆਰਡਰ ਐਂਡ ਟੂ ਡਾਈ, ਉਹਨਾਂ ਦਾ ਜੌਬ ਕੀ ਹੁੰਦਾ ਹੈ, ਸੋਲਜਰਸ ਦਾ ਕੰਮ ਕੀ ਸੀਗਾ, ਹਮੇਸ਼ਾ ਹੀ ਇਹੀ ਕੰਮ ਹੁੰਦਾ ਹੈ ਕਿ ਜੋ ਵੀ ਆਰਡਰ ਮਿਲਿਆ ਉਸ 'ਤੇ ਐਕਟ ਕਰੋ ਜਾਂ ਤਾਂ ਮਰ ਜਾਓ। ਸੋ ਦਾ 600 ਮੈਂਬਰਸ ਆਫ ਦਾ ਕੈਵਲਰੀ ਚਾਰਜ ਇਨਟੂ ਦਾ ਵੈਲੀ ਆਫ ਦਾ ਡੈਥ। ਸੋ ਜਿਹੜੇ 600 ਦੇ ਕਰੀਬ ਸੋਲਜਰ ਸੀਗੇ ਉਹ ਕੀ ਹੈਗੇ, ਵੈਲੀ ਆਫ ਦਾ ਡੈਥ ਮਤਲਬ ਮੌਤ ਦੀ ਖਾਈ 'ਚ ਜਾ ਰਹੇ ਸੀ। ਹੁਣ ਆਪਾਂ ਮੂਵ ਕਰਦੇ ਹਾਂ ਥਰਡ ਸਟੈਂਜ਼ਾ ਦੇ ਵੱਲ। ਕੈਨਨ ਟੂ ਦਾ ਰਾਈਟ ਆਫ ਦੈਮ, ਕੈਨਨ ਟੂ ਲੈਫਟ ਆਫ ਦੈਮ। ਦੇਖੋ ਤੋਪਾਂ ਜਿਹੜੀਆਂ ਨੇ ਉਹ ਰਾਈਟ ਤੋਂ ਵੀ ਆ ਰਹੀਆਂ ਸੀ, ਸੱਜੇ ਪਾਸੇ ਤੋਂ ਵੀ, ਖੱਬੇ ਪਾਸੇ ਤੋਂ ਵੀ ਆ ਰਹੀਆਂ ਸੀ। ਇਨ ਫਰੰਟ ਆਫ ਦੈਮ ਮਤਲਬ ਸਾਹਮਣੇ ਤੋਂ ਵੀ ਆ ਰਹੀਆਂ ਸੀ। ਵੋਲਿਡ, ਵੋਲਿਡ ਦਾ ਮਤਲਬ ਕੀ ਹੁੰਦਾ ਹੈ, ਵੋਲਿਡ ਦਾ ਮਤਲਬ ਹੁੰਦਾ ਹੈ ਕਿ ਬਹੁਤ ਹੀ ਜ਼ਿਆਦਾ ਬੁਲੇਟਸ, ਠੀਕ ਹੈ। ਕੈਨਨਸ ਅਤੇ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਬॉल्स, ਕੈਨਨ ਬॉल्स ਮਤਲਬ ਤੋਪਾਂ ਦੇ ਗੋਲੇ ਆ ਰਹੇ ਸੀ। ਵੋਲਿਡ ਮਤਲਬ ਬਹੁਤ ਹੀ ਜ਼ਿਆਦਾ। ਐਂਡ ਥੰਡਰ, ਅਤੇ ਗਰਜਾਹਟ ਜਿਹੜੀ ਹੁੰਦੀ ਹੈ ਤੋਪਾਂ ਦੀ, ਬੁਲੇਟਸ ਦੀ, ਇਹ ਸਾਰੀ ਆਵਾਜ਼ਾਂ ਆ ਰਹੀਆਂ ਸੀ। ਥੰਡਰ ਮਤਲਬ ਇਸ ਦੇ ਨਾਲ ਕੀ ਹੈ, ਜਿੱਦਾਂ ਬਿਜਲੀ ਚਮਕਦੇ ਉੱਦਾਂ ਫੀਲ ਹੋ ਰਿਹਾ ਸੀ। ਸਟੋਰਮਡ ਐਟ ਵਿਦ ਦ ਸ਼ਾਟ ਐਂਡ ਸ਼ੈਲ, ਤੇ ਇਹਦੇ ਨਾਲ ਕੀ ਹੋ ਰਿਹਾ ਸੀ, ਜਿਹੜੇ ਸ਼ੈੱਲ ਨੇ ਇੱਕ ਤੋਪ ਦੇ ਨਾਲ ਪੂਰੇ ਦਾ ਪੂਰੇ ਸ਼ੈੱਲ ਜਿਹੜੇ ਨੇ ਉਹ ਗਿਰ ਰਹੇ ਸੀ। ਮਤਲਬ ਇੰਨੀ ਭਿਆਨਕ ਲੜਾਈ ਹੋ ਰਹੀ ਸੀ। ਬੋਲਡਲੀ ਦੇ ਰੋਡ ਐਂਡ ਵੈਲ, ਸੋ ਉਹ ਇੰਨੀ ਜਿਹੜਾ ਹੈਗਾ ਹਿੰਮਤ ਦੇ ਨਾਲ ਜਿਹੜਾ ਹੈ ਅੱਗੇ ਘੋੜੇ 'ਤੇ ਸਵਾਰ ਵੱਧਦੇ ਜਾ ਰਹੇ ਸੀ। ਇਨਟੂ ਦਾ ਜਾਜ਼ ਆਫ ਡੈਥ, ਜਾਜ਼ ਆਫ ਡੈਥ ਦਾ ਮਤਲਬ ਹੈ ਮੌਤ ਦੇ ਜਬੜਿਆਂ ਦੇ ਵਿੱਚ, ਜਬਾੜਿਆਂ ਦੇ ਵਿੱਚ। ਇਨਟੂ ਦਾ ਮਾਊਥ ਆਫ ਹੈਲ, ਨਰਕ ਦੇ ਮੂੰਹ ਦੇ ਵਿੱਚ। ਰੋਡ ਦਾ 600, ਜਿਹੜੇ 600 ਜਵਾਨ ਸੀਗੇ ਉਹ ਅੱਗੇ ਵੱਧਦੇ ਜਾ ਰਹੇ ਸੀ। ਕੰਟੈਕਸਟ ਜਿਹੜਾ ਹੈਗਾ ਉਹ ਆਪਾਂ ਸੇਮ ਲਿਖਾਂਗੇ ਜਿਵੇਂ ਆਪਾਂ ਫਰਸਟ ਸਟੈਂਜਸ 'ਚ ਕੀਤਾ। ਐਕਸਪਲੇਨੇਸ਼ਨ, these lines describe the scene where soldiers were surrounded by enemies। ਸੋ ਇਸ ਲਾਈਨਾਂ ਦੇ ਵਿੱਚ ਉਸ ਸੀਨ ਦਾ ਜ਼ਿਕਰ ਕੀਤਾ ਗਿਆ, ਉਸ ਦ੍ਰਿਸ਼ ਦਾ ਜ਼ਿਕਰ ਕੀਤਾ ਗਿਆ ਜਿਹਦੇ ਵਿੱਚ ਜਿਹੜੇ ਸੋਲਜਰ ਸੀਗੇ ਬ੍ਰਿਟਿਸ਼ ਦੇ, ਉਹ ਤਿੰਨੋਂ ਪਾਸੇ ਤੋਂ ਦੁਸ਼ਮਣਾਂ ਦੇ ਨਾਲ ਘਿਰੇ ਹੋਏ ਸੀ, ਪਰ ਫਿਰ ਵੀ ਉਹ ਅੱਗੇ ਵੱਧਦੇ ਜਾ ਰਹੇ ਸੀ। ਕੈਨਨਸ ਵਰ ਰਾਈਟ ਆਫ ਦੈਮ, ਲੈਫਟ ਆਫ ਦੈਮ, ਇਨ ਫਰੰਟ ਆਫ ਦੈਮ, ਠੀਕ ਹੈ। ਸੋ ਜਿਹੜੇ ਤੋਪਾਂ ਸੀ ਉਹਨਾਂ ਦੇ ਸੱਜੇ ਪਾਸੇ, ਖੱਬੇ ਪਾਸੇ ਅਤੇ ਸਾਹਮਣੇ ਸੀ। ਦੀਜ਼ ਦ ਐਨੀਮੀਜ਼ ਵਰ ਰੈਡੀ ਟੂ ਕਿਲ ਦੈਮ, ਅਤੇ ਦੁਸ਼ਮਣ ਉਹਨਾਂ ਨੂੰ ਤਿਆਰ ਸੀ ਕਿ ਉਹਨਾਂ ਨੂੰ ਮਾਰ ਮੁਕਾ ਦੇਗਾ। ਦ ਬੁਲੇਟਸ ਐਂਡ ਸ਼ੈਲਸ ਆਫ ਗਨਸ ਵਰ ਫਲੋਇੰਗ ਐਜ਼ ਸਟੋਰਮ ਇਨ ਦ ਏਅਰ। ਬੁਲੇਟ ਜਿਹੜੀਆਂ ਗੋਲੀਆਂ ਸੀਗੀਆਂ, ਜਿਹੜੇ ਫਟਾਫਟ ਮਤਲਬ ਕਿ ਐਵੇਂ ਦੀਆਂ ਗੰਨਾਂ ਯੂਜ਼ ਕਰ ਰਹੇ ਸੀਗੇ ਰਸ਼ੀਅਨ ਕਿ ਉਹਦੇ ਵਿੱਚ ਇੱਕੋ ਦਮ ਹੀ ਛਰਰਿਆਂ ਦੇ ਵਾਂਗੂ ਜਿਹੜੀਆਂ ਸੀ ਗੋਲੀਆਂ ਉਹ ਹਵਾ ਦੇ ਵਿੱਚ ਵਹਿ ਰਹੀਆਂ ਸੀ ਜਿੱਦਾਂ ਕਿ ਤੂਫਾਨ ਆ ਰਿਹਾ ਹੁੰਦਾ ਹੈ। ਬਟ ਸੋਲਜਰਸ ਵਰ ਬੋਲਡਲੀ ਮੂਵਿੰਗ ਫੋਰਵਰਡ, ਲੇਕਿਨ ਜਿਹੜੇ ਬ੍ਰਿਟਿਸ਼ ਸੋਲਜਰ ਸੀ ਉਹ ਬਹਾਦਰੀ ਨਾਲ ਅੱਗੇ ਵੱਧਦੇ ਜਾ ਰਹੇ ਸੀ। ਇਨਟੂ ਜੌਜ਼ ਆਫ ਡੈਥ, ਅਤੇ ਮੌਤ ਦੇ ਜਬੜਿਆਂ ਦੇ ਵਿੱਚ। ਇਨਟੂ ਦਾ ਮਾਊਥ ਆਫ ਹੈਲ, ਨਰਕ ਦੇ ਮੂੰਹ ਦੇ ਵਿੱਚ। ਸੋ ਫੋਰਥ ਵਾਲਾ ਜਿਹੜਾ ਸਟੈਂਜ਼ਾ ਹੈ, ਫਲੈਸ਼ਡ ਆਲ ਦੇਅਰ ਸੈਬਿਅਰਸ
ਬੇਅਰ ਸੈਬਰਸ ਕੀ ਹੁੰਦਾ ਹੈਵੀ ਸਵੋਰਡ ਵਿਦ ਕਰਵਡ ਬਲੇਡਸ। ਸੋ ਇੱਥੇ ਜਿਹੜੀਆਂ ਕਟਾਰਾਂ ਹੁੰਦੀਆਂ ਸੈਬਰਸ ਉਹਨੂੰ ਕਹਿੰਦੇ ਆ, ਜਿਹੜੀਆਂ ਐਦਾਂ ਦੀਆਂ ਕਟਾਰਾਂ ਹੁੰਦੀਆਂ ਨੇ, ਠੀਕ ਹੈ। ਸੋ ਤਿੱਖੇ ਤਿੱਖੇ ਮੂੰਹ ਵਾਲੀਆਂ, ਇੱਥੋਂ ਦੀ ਤਿੱਖੇ ਤਿੱਖੇ ਮੂੰਹ ਹੁੰਦੇ, ਸੋ ਉਹ ਕਟਾਰਾਂ ਇਹਨਾਂ ਦੇ ਕੋਲ ਸੀ ਬ੍ਰਿਟਿਸ਼ ਸੋਲਜਰਸ ਦੇ ਕੋਲ। ਫਲੈਸ਼ਡ ਕੀ ਹੁੰਦਾ ਚਮਕਣਾ, ਠੀਕ ਹੈ। ਜਦੋਂ ਉਹ ਕੱਢ ਰਹੇ ਸੀ ਨਾ ਆਪਣੀਆਂ ਤਲਵਾਰਾਂ, ਤਾਂ ਉਹ ਘੁਮਾ ਰਹੇ ਸੀ ਤਲਵਾਰਾਂ ਨੂੰ, ਤਾਂ ਫਲੈਸ਼ ਮਤਲਬ ਚਮਕ ਰਹੀਆਂ ਸੀ। ਐਜ਼ ਦੇ ਟਰਨਡ ਇਨਟੂ ਏਅਰ, ਜਦੋਂ ਉਹਨੂੰ ਹਵਾ 'ਚ ਘੁਮਾਉਂਦੇ ਸੀ ਸੋਲਜਰਸ, ਬ੍ਰਿਟਿਸ਼ ਸੋਲਜਰਸ, ਤਾਂ ਉਹ ਕੀ ਹੋ ਰਹੀਆਂ ਸੀ, ਚਮਕ ਰਹੀਆਂ ਸੀ। ਸੈਬਰਿੰਗ ਦਾ ਮਤਲਬ ਕੀ ਹੁੰਦਾ, ਸੈਬਰਿੰਗ ਦਾ ਗਨਰਸ ਦੇਅਰ। ਤਾਂ ਸੈਬਰਸ ਦਾ ਮਤਲਬ ਕੀ ਹੈ, ਜਿਹੜੀਆਂ ਇਹ ਕਟਾਰਾਂ ਸੀਗੀਆਂ ਇਹ ਚੀਰਦੀਆਂ ਜਾ ਰਹੀਆਂ ਸੀ, ਜਿਹੜਾ ਵੀ ਕੋਈ ਅੱਗੇ ਆ ਰਿਹਾ ਸੀ। ਸੈਬਰਿੰਗ ਮਤਲਬ ਉਹਨੂੰ ਸਟੈਬ ਕਰਦਾ ਜਾ ਰਹੀ ਸੀਗੀਆਂ ਇਹ ਤਲਵਾਰਾਂ ਜਿਹੜੀਆਂ ਸੀ, ਉਹਨਾਂ ਦੀਆਂ ਕਟਾਰਾਂ ਜਿਹੜੀਆਂ ਸੀ, ਜਿਹੜਾ ਵੀ ਕੋਈ ਅੱਗੇ ਆ ਰਿਹਾ ਸੀ ਤਾਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੱਟਦੇ ਚੀਰਦੀਆਂ ਜਾ ਰਹੀਆਂ ਸੀ। ਚਾਰਜਿੰਗ ਦਾ ਆਰਮੀ ਵਾਈਲ ਆਲ ਦਾ ਵਰਲਡ ਵੰਡਰ। ਸੋ ਸਾਰਾ ਹੀ ਵਰਲਡ ਹੈਰਾਨ ਸੀਗਾ ਕਿ ਇਹ ਕਿੱਦਾਂ ਦਾ ਜਿਹੜਾ ਹੈਗਾ ਚਾਰਜ ਕਰਦੇ ਜਾ ਰਹੀ ਹੈ ਇਹ ਆਰਮੀ। ਕੰਟੈਕਸਟ ਆਪਾਂ ਸੇਮ ਲਿਖਣਾ ਹੈ। ਸੋ ਐਕਸਪਲੇਨੇਸ਼ਨ ਦੀ ਗੱਲ ਕਰਾਂਗੇ। ਥੀਸ ਲਾਈਨ ਡਿਸਕ੍ਰਾਈਬ ਦ ਸੀਨ ਦੈਟ ਦ ਸੋਲਜਰਸ ਰੇਜ਼ਡ ਦੇਅਰ ਸਵॉर्ड्स ਇਨ ਦ ਏਅਰ ਐਂਡ ਦ ਸਵॉर्ड्स ਫਲੈਸ਼ਡ ਇਨਟੂ ਦ ਲਾਈਟ। ਤੋ ਦੇਖੋ ਇਹ ਜਿਹੜੇ ਸੋਲਜਰ ਸੀਗੇ ਆਪਣੀਆਂ ਤਲਵਾਰਾਂ, ਜਿਹੜੀਆਂ ਕਟਾਰਾਂ ਟਾਈਪ ਤਲਵਾਰਾਂ ਸੀ, ਸੈਬਰਸ ਜਿਹਨੂੰ ਕਹਿ ਰਹੇ ਸੀ, ਸੋ ਇਹ ਹਵਾ ਦੇ ਵਿੱਚ ਜਦੋਂ ਇਹ ਘੁਮਾ ਰਹੇ ਸੀ ਤਾਂ ਉਹ ਚਮਕ ਰਹੀਆਂ ਸੀਗੀਆਂ ਲਾਈਟ ਦੇ ਨਾਲ। ਦੇ ਸਟੈਬਡ ਦ ਐਨੀਮੀ ਸੋਲਜਰਸ ਫਾਇਰਿੰਗ ਦ ਗਨਸ। ਜਿਹੜੇ ਵੀ ਉਹਨਾਂ ਦੇ ਦੁਸ਼ਮਣ, ਠੀਕ ਹੈ, ਉਹਨਾਂ 'ਤੇ ਗਨ ਦੇ ਨਾਲ ਅਟੈਕ ਕਰ ਰਹੇ ਸੀ ਤਾਂ ਉਹ ਉਹਨੂੰ ਸਟੈਬ ਕਰ ਰਹੇ ਸੀ, ਮਤਲਬ ਉਹਨਾਂ ਦੇ ਛੁਰੇ ਘੋਂਪਦੇ, ਕਟਾਰਾਂ ਘੋਂਪਦੇ ਜਾ ਰਹੇ ਸੀਗੇ। ਦੇ ਚਾਰਜ ਦਾ ਐਂਟਾਇਰ ਆਰਮੀ। ਸੋ ਉਹ ਸਾਰੇ ਹੀ ਜਿਹੜੀ ਆਰਮੀ ਹੈ ਉਹ ਚਾਰਜ ਕਰਦੀ ਜਾ ਰਹੀ ਸੀ। ਐਂਡ ਦਾ ਹੋਲ ਵਰਲਡ ਵਾਚਡ ਇਟ ਇਨ ਵੰਡਰ। ਅਤੇ ਸਾਰਾ ਜਿਹੜਾ ਸੰਸਾਰ ਸੀ ਇਹਨਾਂ ਦੇ ਵੱਲ ਵੇਖ ਕੇ ਹੈਰਾਨ ਸੀ। ਦ ਪੀਪਲ ਇਹ ਜਿਹੜੇ ਲੋਕ ਸੀ ਵਰ ਵਰਿਡ ਦੈਟ ਦ ਸੋਲਜਰਸ ਵਿਥ ਲਾਈਟ ਵੈਪਨਸ ਵਰ ਫਾਈਟਿੰਗ ਵਿਥ ਦੋਜ਼ ਹੂ ਵਰ ਯੂਜ਼ਿੰਗ ਗਨਸ ਐਂਡ ਕੈਨਨ। ਸੋ ਸਾਰੇ ਹੈਰਾਨ ਸੀ ਕਿ ਜਿਨ੍ਹਾਂ ਕੋਲੇ ਲਾਈਟ ਵੈਪਨਸ ਮਤਲਬ ਸਿਰਫ ਹੌਲੇ ਹੌਲੇ ਹਥਿਆਰ ਨੇ, ਲਾਈਕ ਕਟਾਰਾਂ ਤਲਵਾਰਾਂ ਨੇ, ਉਹ ਕਿੱਦਾਂ ਐਨੇ ਰਸ਼ੀਅਨ ਦੇ ਸੋਲਜਰਸ ਦੇ ਨਾਲ ਲੜ ਰਹੇ ਨੇ ਜਿਨ੍ਹਾਂ ਕੋਲੇ ਗਨਸ ਨੇ ਅਤੇ ਜਿਨ੍ਹਾਂ ਕੋਲੇ ਤੋਪਾਂ ਨੇ। ਸੋ ਸਾਰੇ ਹੀ ਦੇਸ਼ ਦੇ ਸੰਸਾਰ ਦੇ ਲੋਕ ਹੈਰਾਨ ਸੀ ਕਿ ਇੱਕ ਪਾਸੇ ਤਲਵਾਰਾਂ ਨਾਲ ਲੜ ਰਹੇ ਸੀਗੇ ਸੋਲਜਰਸ, ਤੇ ਦੂਜੇ ਪਾਸੇ ਜਿਹੜਾ ਦੁਸ਼ਮਣ ਸੀਗਾ ਉਹ ਹਥਿਆਰ ਉਹਨਾਂ ਕੋਲੇ ਬਹੁਤ ਹੀ ਜ਼ਿਆਦਾ ਸੀਗੇ, ਤੋਪਾਂ ਸੀਗੀਆਂ ਅਤੇ ਬੰਦੂਕਾਂ ਸੀਗੀਆਂ। 5th ਸਟੈਂਜ਼ਾ ਦੇ ਵਿੱਚ ਪਲੰਕਡ ਇਨ ਦਾ ਬੈਟਰੀ ਸਮੋਕ। ਪਲੰਕਡ ਮਤਲਬ ਹੁੰਦਾ ਤਾਕਤ ਨਾਲ ਕੁੱਦਣਾ, ਠੀਕ ਹੈ, ਬਹੁਤ ਹੀ ਤਾਕਤ ਨਾਲ ਕੁੱਦ ਕੇ ਪੈ ਰਹੇ ਸੀ ਜਿਹੜੇ ਬ੍ਰਿਟਿਸ਼ ਸੋਲਜਰ ਸੀ ਇਨ ਦਾ ਬੈਟਰੀ। ਸੋ ਇਨ ਦਾ ਬੈਟਰੀ ਸਮੋਕ। ਸੋ ਬੈਟਰੀ ਸਮੋਕ ਮਤਲਬ ਤੋਪਾਂ ਦਾ ਧੂੰਆਂ ਸਾਰੇ ਕਿਤੇ ਸੀਗਾ। ਰਾਈਟ ਥਰੂ ਦ ਲਾਈਨ ਦੇ ਬ੍ਰੋਕ। ਫਿਰ ਉਹਨਾਂ ਨੇ ਜਿਹੜੀ ਲਾਈਨ ਸੀ, ਸਰਹੱਦ ਸੀਗੀ, ਉਹ ਪਾਰ ਕਰਤੀ। ਕੈਸੋਕ ਐਂਡ ਰਸਿਨ। ਕੈਸੋਕ ਵੀ ਜਿਹੜੀ ਹੈਗੀ ਹੈ ਦੱਖਣ ਪੱਛਮ ਰੂਸ ਦੀ ਜਿਹੜੀ ਹੈਗੀ ਹੈ ਇੱਕ ਮਿਲਟਰੀ ਫੋਰਸ ਦਾ ਨਾਮ ਸੀ ਕਸੋਕ, ਅਤੇ ਜਿਹੜੇ ਰਸ਼ੀਅਨ ਸੀਗੇ, ਠੀਕ ਹੈ। ਸੋ ਇਹ ਦੋਨੋਂ ਜਿਹੜੇ ਸੀਗੇ ਇਕੱਠੇ ਸੀਗੇ। ਤੇ ਰੀਲਡ ਫਰੋਮ ਦਾ ਸੈਬਰ ਸਟ੍ਰੋਕ। ਤੋਂ ਸੈਬਰ ਦੇ ਸਟ੍ਰੋਕ ਉਹ ਕਰਦੇ ਜਾ ਰਹੇ ਸੀਗੇ ਜਿਹੜੇ ਆਰਮੀ ਮੈਨ ਸੀ ਬ੍ਰਿਟਿਸ਼ ਦੇ। ਸ਼ੈਟਰਡ ਐਂਡ ਸੰਡਰਸ। ਉਹ ਜਿਹੜੇ ਹੈਗੇ ਨੇ ਬ੍ਰੋਕਨ ਪਾਰਟ, ਸੰਡਰਡ ਹੁੰਦਾ ਹੈ ਬ੍ਰੋਕਨ ਪਾਰਟ। ਦੈਨ ਦੇ ਰੋਡ ਬੈਕ ਬਟ ਨਾਟ ਦ 600। ਫਿਰ ਜਿਹੜੇ ਸੀਗੇ ਉਹ ਵਾਪਸ ਮੁੜ ਰਹੇ ਸੀਗੇ ਉਹਨਾਂ ਨੂੰ ਖ਼ਤਮ ਕਰ ਕਰਕੇ ਤਲਵਾਰਾਂ ਦੇ ਨਾਲ, ਆਪਣੀਆਂ ਦੇ ਨਾਲ, ਲੇਕਿਨ ਹੁਣ ਉਹ 600 ਨਹੀਂ ਸੀ, ਘਟ ਗਏ ਸੀਗੇ। ਐਕਸਪਲੇਨੇਸ਼ਨ ਆਪਾਂ ਲਿਖਾਂਗੇ। ਕੰਟੈਕਸਟ ਆਪਣਾ ਸੇਮ ਹੈ ਜਿਹੜਾ ਆਪਾਂ ਪਿੱਛੇ ਲਿਖਿਆ ਫਸਟ ਦੇ ਵਿੱਚ। ਇਨ ਦੀਸ ਲਾਈਨਸ ਦ ਸੋਲਜਰਸ ਵਰ ਕ੍ਰੋਸਿੰਗ ਦਾ ਬਾਰਡਰ ਲਾਈਨ ਥਰੂ ਦ ਸਮੋਕ ਆਫ ਕੈਨਨ। ਸੋ ਸਮੋਕ ਆਫ ਕੈਨਨ ਮਤਲਬ ਧੂੰਆਂ ਸੀਗਾ, ਤੋਪਾਂ ਦੇ ਧੂੰਆਂ ਸੀਗਾ, ਬੁਲੇਟਸ ਦਾ ਧੂੰਆਂ ਸੀ। ਤਾਂ ਇਹਦੇ ਵਿੱਚ ਜਿਹੜੇ ਸਿਪਾਹੀ ਸੀਗੇ ਉਹ ਉਹਨੂੰ ਧੂੰਏ ਨੂੰ ਚੀਰਦੇ ਜਿਹੜੇ ਹੈਗੇ ਨੇ ਬਾਰਡਰ ਲਾਈਨ ਨੂੰ ਕ੍ਰੋਸ ਕਰ ਰਹੇ ਸੀਗੇ ਰਸ਼ੀਆ ਦੀ ਨੂੰ, ਬ੍ਰਿਟਿਸ਼ ਸੋਲਜਰਸ। ਦੇ ਵਰ ਫਾਈਟਿੰਗ ਐਂਡ ਕਿਲਿੰਗ ਦਾ ਐਨੀਮੀਜ਼। ਤਾਂ ਉਹ ਕੋਸਾਕ ਅਤੇ ਰਸ਼ੀਅਨ ਐਨੀਮੀਜ਼ ਨੂੰ ਜਿਹੜਾ ਸੀਗਾ ਚੀਰ ਕੇ ਅੱਗੇ ਵਧ ਰਹੇ ਸੀ। ਦੇਅਰ ਅਟੈਕਸ ਵਰ ਵੈਰੀ ਹੌਰੀਬਲ ਐਂਡ ਐਨੀਮਲਸ ਟ੍ਰੈਂਬਲਡ ਵਿਦ ਫੀਅਰ। ਦੇਖੋ ਉਹਨਾਂ ਦੇ ਅਟੈਕ ਐਡੇ ਹੌਰੀਬਲ, ਭਿਆਨਕ ਤਰੀਕੇ ਦੇ ਨਾਲ ਉਹ ਅਟੈਕ ਕਰਦੇ ਜਾ ਰਹੇ ਸੀ ਬ੍ਰਿਟਿਸ਼ ਸੋਲਜਰਸ ਆਪਣੀਆਂ ਕਟਾਰਾਂ ਤਲਵਾਰਾਂ ਦੇ ਨਾਲ, ਕਿ ਜਿਹੜਾ ਦੁਸ਼ਮਣ ਸੀਗਾ ਉਹ ਦਹਿਲ ਗਿਆ। ਆਫਟਰ ਡੂਇੰਗ ਦੈਟ ਦੇ ਰਿਟਰਨਡ ਬੈਕ। ਹੌਲੀ ਹੌਲੀ ਇਹ ਸਭ ਕੁਝ ਕਰਕੇ ਉਹ ਵਾਪਸ ਆ ਰਹੇ ਸੀ। ਬਟ ਅਕੋਰਡਿੰਗ ਟੂ ਦਾ ਪੁਆਇੰਟ ਦੇ ਵਰ ਨਾਟ 600, ਕਿਉਂਕਿ ਉਹ ਹੁਣ 600 ਦੇ ਅਪਰੋਕਸ ਨਹੀਂ ਸੀ ਰਹੇ, ਇਹ ਘਟ ਗਏ ਸੀ। ਮੈਨੀ ਆਫ ਦੈਮ ਵਰ ਡਾਈਡ, ਕਿਉਂਕਿ ਉਹਨਾਂ ਵਿੱਚੋਂ ਬਹੁਤ ਸਾਰੇ ਮਰ ਗਏ ਸੀ। ਫਿਰ ਇਸ ਸਟੈਂਜ਼ਾ ਦੇ ਵਿੱਚ ਜਿਹੜਾ ਥਰਡ ਸਟੈਂਜ਼ਾ ਹੈਗਾ ਉਹ ਦੁਬਾਰਾ ਰਿਪੀਟ ਕੀਤਾ ਗਿਆ ਹੈ।
ਉਹਨਾਂ ਦੇ ਔਨਰ ਦੇ ਵਿੱਚ। ਸੋ ਕੈਨਨ ਟੂ ਰਾਈਟ ਆਫ ਦੈਮ, ਕੈਨਨਸ ਦਾ ਲੈਫਟ ਆਫ ਦੈਮ, ਕੈਨਨਸ ਬਿਹਾਈਂਡ ਦੈਮ। ਹੁਣ ਉਹਨਾਂ ਦੇ ਕੀ ਹੈ, ਪਿਛਲੀ ਵਾਰ ਥਰਡ ਸਟੈਂਜਾ 'ਚ ਕੀ ਸੀ, ਇਨ ਫਰੰਟ ਸੀਗਾ ਹੈ ਨਾ, ਇੱਥੇ ਬਿਹਾਈਂਡ ਦੀ ਥਾਂ ਤੇ ਇਨ ਫਰੰਟ ਸੀਗਾ। ਲੇਕਿਨ ਹੁਣ ਕੈਨਨਸ ਕਿੱਥੋਂ ਆ ਰਹੀਆਂ ਸੀ, ਪਿੱਛੇ ਤੋਂ ਆ ਰਹੀਆਂ ਸੀ, ਠੀਕ ਹੈ, ਸੱਜੇ ਖੱਬੇ ਅਤੇ ਪਿੱਛੇ ਤੋਂ ਆ ਰਹੀਆਂ ਸੀ। ਵਾਲਡ ਐਂਡ ਥੰਟਰ, ਤਾਂ ਜਿਹੜੇ ਵਾਲਟ ਦਾ ਮਤਲਬ ਕੀ ਹੈ, ਬੁਲੇਟਸ ਹੋ ਗਈਆਂ, ਕੈਨਨ ਬਾਲਸ ਹੋ ਗਈਆਂ। ਸੋ ਇਹ ਜਿਹੜੀਆਂ ਉਹਨਾਂ ਦੇ ਉੱਤੇ ਪਿੱਛੋਂ ਤੋਂ ਹਮਲਾ ਹੋ ਰਿਹਾ ਸੀ ਇਹਨਾਂ ਤੋਂ। ਐਂਡ ਥੰਟਰਡ, ਅਤੇ ਗਰਜ ਗਰਾਹਟ ਦੀ ਜਿਹੜੀ ਆਵਾਜ਼ ਆ ਰਹੀ ਸੀ। ਸਟੋਮਡ ਐਟ ਵਿਦ ਸ਼ਾਟ ਐਂਡ ਸ਼ੈਲ, ਸੋ ਸ਼ਾਟ ਉਹਨਾਂ 'ਤੇ ਕੀਤੇ ਜਾ ਰਹੇ ਸੀ। ਦੇ ਵਾਈਲ ਹਾਰਸ ਐਂਡ ਹੀਰੋ ਫੈਲ ਥੀ। ਇਸ ਦੇ ਨਾਲ ਕੀ ਹੋ ਰਿਹਾ ਸੀ, ਜਦੋਂ ਪਿੱਛੋਂ ਹਮਲੇ ਹੋ ਰਹੇ ਸੀ, ਸਾਈਡ ਤੋਂ ਹਮਲੇ ਹੋ ਰਹੇ ਸੀ, ਸੱਜੇ ਖੱਬੇ ਤੋਂ, ਉਹ ਘੋੜਿਆਂ ਦੇ ਸਮੇਤ ਹੀ ਜਿਹੜੇ ਸੋਲਜਰ ਸੀਗੇ ਉਹ ਵਿਚਾਰੇ ਗਿਰ ਰਹੇ ਸੀ। ਦੇ ਦੈਟ ਹੈਡ ਫਾਊਟ ਸੋ ਵੈਲ, ਲੇਕਿਨ ਉਹਨਾਂ ਨੇ ਬਹੁਤ ਹੀ ਜ਼ਿਆਦਾ ਅੱਛੇ ਤਰੀਕੇ ਨਾਲ ਫਾਈਟ ਕੀਤੀ। ਕੇਮ ਥਰੂ ਦ ਜੌਜ਼ ਆਫ ਡੈਥ, ਅਤੇ ਮੌਤ ਦੇ ਜਬੜੇ ਜੋ ਬਾਹਰ ਆ ਰਹੀ ਸੀ। ਬੈਕ ਫਰੋਮ ਦਾ ਮਾਊਥ ਆਫ ਹੈਲ, ਮੂੰਹ ਜਿਹੜਾ ਹੈਗਾ ਨਰਕ ਦਾ, ਉਸ ਤੋਂ ਵਾਪਸ ਆ ਰਹੀ ਸੀ। ਆਲ ਦੈਟ ਵਾਜ਼ ਲੈਫਟ ਆਫ ਦੈਮ, ਉਹਨਾਂ ਦੇ ਵਿੱਚੋਂ ਜਿਹੜਾ ਹੈ ਕੁਝ ਜਿਹੜੇ ਸੀਗੇ ਉਹ ਵਾਪਿਸ ਆ ਰਹੇ ਸੀ। ਲੈਫਟ ਆਫ 600, ਜਿੰਨੇ ਵੀ 600 ਚੋਂ ਬਚ ਗਏ ਸੀ ਉਹ ਵਾਪਿਸ ਆ ਰਹੇ ਸੀ। ਕੰਟੈਕਸਟ ਜਿਹੜਾ ਹੈ ਆਪਾਂ ਸੇਮ ਲਿਖਣਾ ਹੈ। ਐਕਸਪਲੇਨੇਸ਼ਨ ਜਿਹੜੀ ਹੈਗੀ ਹੈ ਉਹ ਹੈ, ਥੀਸ ਲਾਈਨਸ ਡਿਸਕ੍ਰਾਈਬ ਦ ਸੀਨ, ਇਹ ਸੀਨ ਡਿਸਕ੍ਰਾਈਬ ਕਰ ਰਹੇ ਜਦੋਂ ਰਿਟਰਨ ਹੋ ਰਹੇ ਸੀਗੇ। ਵੇਅਰ ਦੇ ਵਰ ਸਰਾਊਂਡਡ ਬਾਈ ਦੇਅਰ ਐਨੀਮੀਜ਼, ਕੈਨਨਸ ਵਰ ਕਮਿੰਗ ਫਰੋਮ ਲੈਫਟ ਰਾਈਟ ਐਂਡ ਇਨ ਫਰੰਟ ਆਫ ਦੈਮ, ਬਿਹਾਈਂਡ ਆਫ ਦੈਮ। ਸੋ ਉਹਨਾਂ ਦੇ ਪਿੱਛੇ ਤੋਂ, ਇੱਥੇ ਇਨ ਫਰੰਟ ਤੋਂ ਨਹੀਂ ਆਏਗਾ, ਇੱਥੇ ਸਿਰਫ ਔਰ ਸਿਰਫ ਕੀ ਆਏਗਾ, ਬਿਹਾਈਂਡ। ਸੋ ਸੱਜੇ ਖੱਬੇ ਅਤੇ ਪਿੱਛੇ ਤੋਂ ਜਿਹੜੇ ਹੈਗੇ ਕੈਨਨ ਬਾਲਸ ਉਹਨਾਂ ਦੇ ਉੱਤੇ ਆ ਰਹੀਆਂ ਸੀ, ਬੁਲੇਟਸ ਆ ਰਹੀਆਂ ਸੀ ਉਹਨਾਂ ਦੇ ਉੱਤੇ, ਸ਼ੈਲਸ ਆਫ ਗਨਸ ਜਿਹੜੇ ਨੇ ਉਹਨਾਂ 'ਤੇ ਛੱਡੇ ਜਾ ਰਹੇ ਸੀ। ਹਵਾ ਦੇ ਵਿੱਚ ਜਿਹੜੇ ਇਹ ਸਾਰੀਆਂ ਚੀਜ਼ਾਂ ਫਲੋ ਹੋ ਰਹੀਆਂ ਸੀ। ਬਟ ਸੋਲਜਰਸ ਡਿਡ ਨਾਟ ਸਟੋਪ, ਲੇਕਿਨ ਉਹ ਰੁਕੇ ਨਹੀਂ। ਐਂਡ ਦੇ ਵੈਂਟ ਇਨ ਟੂ ਦ ਜੌਜ਼ ਆਫ ਡੈਥ, ਅਤੇ ਉਹ ਜੌਜ਼ ਆਫ ਡੈਥ ਤੋਂ ਜਿਹੜਾ ਹੈਗਾ ਮੌਤ ਦੇ ਜਬੜਿਆਂ ਦੇ ਵਿੱਚ ਚੱਲ ਕੇ ਉਹ ਫੇਰ ਜਿਹੜੇ ਸੀਗੇ ਵਾਪਸ ਆ ਰਹੇ ਸੀਗੇ। ਓਨਲੀ ਫਿਊ ਰਿਟਰਨ ਬੈਕ, ਉਹਨਾਂ 'ਚੋਂ ਕੁਝ ਵਾਪਸ ਆਏ। ਦੇ ਡਾਈਡ ਅਲੋਂਗ ਵਿਦ ਦੇਅਰ ਹੋਰਸਿਸ, ਕਾਫੀ ਸਾਰੇ ਉਹਨਾਂ ਦੇ ਵਿੱਚੋਂ ਮਰ ਗਏ ਆਪਣੇ ਘੋੜਿਆਂ ਦੇ ਸਮੇਤ। ਕੁਝ ਘੋੜਿਆਂ ਦੇ ਉੱਤੇ ਜਿਹੜੇ ਸੀਗੇ ਹੀਰੋ, ਜਿਹੜੇ ਸੋਲਜਰ ਸੀਗੇ ਉਹਨਾਂ ਨੂੰ ਹੀਰੋ ਕਿਹਾ ਗਿਆ, ਤਾਂ ਉਹਦੇ ਉੱਤੇ ਹੀ ਮਰੇ ਹੋਏ ਸੀ, ਤੇ ਘੋੜੇ ਇੱਧਰ ਉੱਧਰ ਜਾ ਰਹੇ ਸੀ। ਕੁਝ ਆਪਣੇ ਘੋੜਿਆਂ ਦੇ ਨਾਲ ਹੀ ਜਿਹੜੇ ਸੀ ਧਰਤੀ ਦੇ ਉੱਤੇ ਪਏ ਸੀ। ਤਾਂ ਐਡਾ ਹੌਰੀਬਲ ਸੀਨ ਜਿਹੜਾ ਸੀਗਾ ਇਹਦਾ ਦਿਖਾਇਆ ਗਿਆ। ਉਸ ਤੋਂ ਬਾਅਦ 'ਚ 7th ਸਟੈਂਜ਼ਾ, ਵੈਨ ਕੈਨ ਦੇਅਰ ਗਲੋਰੀ ਫੇਡ, ਗਲੋਰੀ ਹੁੰਦਾ ਸ਼ਾਨ, ਫੇਡ ਮਤਲਬ ਧੁੰਦਲੀ। ਉਹਨਾਂ ਦੀ ਜਿਹੜੀ ਸ਼ਾਨ ਹੈਗੀ ਆ, ਉਹਨਾਂ ਦਾ ਜਿਹੜਾ ਮਾਣ ਸਤਿਕਾਰ ਹੈਗਾ, ਉਹ ਕਿੱਦਾਂ ਜਿਹੜਾ ਹੈ ਫੇਡ ਹੋ ਸਕਦਾ ਹੈ। ਉਹ ਦਾ ਵਾਈਲਡ ਚਾਰਜ ਦੇ ਮਿਡ, ਕਿੱਦਾਂ ਉਹਨਾਂ ਨੇ, ਵਾਈਲਡ ਹੁੰਦਾ ਹੈ ਭਿਅੰਕਰ ਜਿਹੜਾ ਹੈਗਾ ਜਾਨਵਰਾਂ ਵਾਲਾ, ਉਹਨਾਂ ਨੇ ਜਿਹੜਾ ਚਾਰਜ ਸੀਗਾ ਉਹ ਦਿੱਤਾ, ਕਿਉਂਕਿ ਉਹ ਵਿਚਾਰੇ ਲਾਈਟ ਬ੍ਰਿਗੇਡ ਸੀਗੇ, ਉਹਨਾਂ ਕੋਲ ਹਥਿਆਰ ਬਹੁਤ ਲਾਈਟ ਸੀਗੇ, ਬਹੁਤ ਘੱਟ ਸੀ। ਆਲ ਦਾ ਵਰਲਡ ਵੰਡਰਡ, ਸਾਰਾ ਜਿਹੜਾ ਸੰਸਾਰ ਸੀ ਉਹ ਹੈਰਾਨ ਸੀਗਾ। ਆਨਰ ਦਾ ਚਾਰਜ ਦੇ ਮੇਡ, ਉਹਨਾਂ ਨੇ ਉਹਨਾਂ ਦਾ ਜਿਹੜਾ ਹੈ ਆਨਰ ਕੀਤਾ, ਸਤਿਕਾਰ ਕੀਤਾ। ਆਨਰ ਦਾ ਲਾਈਟ ਬ੍ਰਿਗੇਡ, ਨੋਬਲ ਐਂਡ 100, ਜਿਹੜੇ ਕਿ 100 ਦੇ ਕਰੀਬ ਜਿਹੜੇ ਸੀਗੇ ਰਹਿ ਗਏ ਸੀਗੇ। ਸੋ ਕੰਟੈਕਸਟ ਸੇਮ ਲਿਖਾਂਗੇ। ਐਕਸਪਲੇਨੇਸ਼ਨ ਦੀ ਗੱਲ ਕਰੀਏ ਤਾਂ ਇਨ ਦੀਜ਼ ਲਾਈਨਸ ਪੋਇਟ ਪ੍ਰੇਜ਼ਸ ਦਾ ਸੋਲਜਰਸ, ਇਹਨਾਂ ਲਾਈਨ ਦੇ ਵਿੱਚ ਪੋਇਟ ਕੀ ਕਰਦਾ, ਪ੍ਰੇਜ਼ ਕਰਦਾ, ਪ੍ਰਸ਼ੰਸਾ ਕਰਦਾ ਬ੍ਰਿਟਿਸ਼ ਸੋਲਜਰਸ ਦੀ ਜਿਹੜੇ ਵਾਪਸ ਆ ਰਹੇ ਸੀ। ਵੈਨ ਵਿਲ ਦੇਅਰ ਬਰੇਵਰੀ ਬੀ ਫੋਰਗੋਟਨ, ਕਿ ਉਹਨਾਂ ਦੀ ਜਿਹੜੀ ਬਰੇਵਰੀ, ਬਹਾਦਰੀ ਹੈ ਉਹ ਕਿੱਦਾਂ ਭੁੱਲੀ ਜਾ ਸਕਦੀ ਹੈ। ਫੋਰਗੋਟ ਕਿੱਦਾਂ ਆਪਾਂ ਉਹਨੂੰ ਕਰ ਸਕਦੇ ਹਾਂ। ਹੋਲ ਵਰਲਡ, ਸਾਰੇ ਦਾ ਸਾਰਾ ਸੰਸਾਰ, ਹੋਲ ਇੱਥੇ ਹੋਲ ਕਰ ਦਿਓ, ਹੋਲ ਦੇ ਸਪੈਲਿੰਗ ਇਹ ਨੇ, ਠੀਕ ਹੈ ਜੀ, ਹੋਲ। ਤਾਂ ਸਾਰਾ ਜਿਹੜਾ ਸੰਸਾਰ ਹੈ, ਵਰਲਡ, ਐਡਮਾਇਰਡ ਦੇਅਰ ਵਾਈਲਡ ਚਾਰਜ, ਉਹਨਾਂ ਦਾ ਇੰਨਾ ਟੈਰੀਬਲ ਜਿਹੜਾ ਚਾਰਜ ਉਹਨਾਂ ਨੇ ਕੀਤਾ, ਸੋ ਉਹਨੂੰ ਯਾਦ ਰੱਖਦਾ ਹੈਗਾ ਸਾਰਾ ਸੰਸਾਰ। ਵੀ ਮਸਟ ਰਿਸਪੈਕਟ ਦੇਅਰ ਚਾਰਜ, ਸਾਨੂੰ ਉਹਨਾਂ ਦਾ ਜਿਹੜਾ ਚਾਰਜ ਉਹਨਾਂ ਨੇ ਕੀਤਾ ਹੈ ਉਸ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ। ਵੀ ਮਸਟ ਓਨਰ ਦੈਮ, ਸਾਨੂੰ ਉਹਨਾਂ ਨੂੰ ਸਤਿਕਾਰ ਦੇਣਾ ਚਾਹੀਦਾ, ਓਨਰ ਕਰਨਾ ਚਾਹੀਦਾ। ਦ ਬਰੇਵ 600 ਮੈਨ ਆਫ ਦਾ ਲਾਈਟ ਬ੍ਰਿਗੇਡ, ਜਿਹੜੇ 600 ਦੇ 600 ਮੈਨ ਸੀਗੇ ਲਾਈਟ ਬ੍ਰਿਗੇਡ ਦੇ, ਜਿਨ੍ਹਾਂ ਨੇ ਚਾਰਜ ਸੰਭਾਲਿਆ, ਅਤੇ ਜਿਹੜੇ ਵਾਪਸ ਆਏ ਉਹਨਾਂ ਦਾ ਵੀ, ਅਤੇ ਜਿਹੜੇ ਮਰੇ ਉਹਨਾਂ ਦਾ ਵੀ। ਸੋ ਇਹ ਇੱਕ ਬਹਾਦਰੀ ਦੇ ਕਾਰਨਾਮੇ ਵਾਲੀ ਪੋਇਮ ਹੈਗੀ ਹੈ। ਸੋ ਬਹੁਤ ਹੀ ਇੰਪੋਰਟੈਂਟ ਹੈ। ਇਸ ਤੋਂ ਨੈਕਸਟ ਜਿਹੜਾ ਕੁਐਸਚਨ ਹੈਗਾ ਉਹ ਮੇਨ ਆਈਡੀਆ ਅਤੇ ਸਮਰੀ ਦਾ ਹੋਏਗਾ। ਹੋਪ ਤੁਹਾਨੂੰ ਵੀਡੀਓ ਪਸੰਦ ਆਏਗਾ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਧੰਨਵਾਦ।